ਕਿਸਾਨੀ ਅੰਦੋਲਨ ਨੂੰ ਦਿੱਲੀ ਦੇ ਬਾਰਡਰਾਂ ਦੇ ਉੱਤੇ 10 ਮਹੀਨੇ ਹੋ ਗਏ ਨੇ ਔਰ ਅੱਜ ਇੱਕ ਨਵਾਂ ਇੱਕ ਡਿਬੇਟ ਇਹਨਾਂ ਦੌਰਾਨ ਚੱਲਦਾ ਪਿਆ ਹੈਗਾ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਪੰਜਾਬ ਦੀਆਂ ਤੇ ਖਾਸ ਕਰਕੇ ਯੂਪੀ ਦੀਆਂ ਕਿ ਕੀ ਕਿਸਾਨਾਂ ਨੂੰ ਇਲੈਕਟੋਰਲ ਫਰੇ ਦੇ ਵਿੱਚ ਜਿਹੜੀ ਇਲੈਕਟੋਰਲ ਰਾਜਨੀਤੀ ਉਸ ਵਿੱਚ ਫੁੱਲ ਫਲੈਜ ਆਪ ਆਉਣਾ ਚਾਹੀਦਾ ਹੈ ਜਾਂ ਨਹੀਂ। ਦੋ ਸਕੂਲਸ ਆਫ ਥਾਟ ਨੇ, ਇੱਕ ਕਹਿੰਦੇ ਨੇ ਆਉਣਾ ਚਾਹੀਦਾ ਹੈ, ਦੂਸਰੇ ਕਹਿੰਦੇ ਨਹੀਂ ਆਉਣਾ ਚਾਹੀਦਾ। ਮੇਰੇ ਨਾਲ ਜੁੜੇ ਨੇ ਇਸ ਵੇਲੇ ਯੂਨਾਈਟਿਡ ਸਟੇਟਸ ਤੋਂ ਪਬਲਿਕ ਇੰਟੈਲੈਕਚੁਅਲ ਹਰਿੰਦਰ ਸਿੰਘ ਜੀ ਤੁਹਾਡਾ ਨਿੱਘਾ ਸਵਾਗਤ, ਤੁਹਾਡਾ ਨਿੱਘਾ ਜੀ ਆਇਆਂ ਨੂੰ ਪੰਜਾਬ ਤੱਕ ਤੇ। ਹਰਿੰਦਰ ਸਿੰਘ ਜੀ ਜਿਹੜੇ ਨੇ ਪਬਲਿਕ ਇੰਟੈਲੈਕਚੁਅਲ ਹੋਣ ਦੇ ਨਾਲ ਨਾਲ ਇਹਨਾਂ ਦਾ ਬਹੁਤ ਹੀ ਕੀਨ ਆਬਜ਼ਰਵੇਸ਼ਨ ਹੁੰਦੀ ਹੈਗੀ ਹੈ ਪੰਜਾਬ ਦੀ ਸਿਆਸਤ ਦੇ ਉੱਤੇ, ਕਿਸਾਨੀ ਮੁੱਦਿਆਂ ਦੇ ਉੱਤੇ ਔਰ ਗਲੋਬਲ ਪੋਲਿਟਿਕਸ ਦੇ ਉੱਤੇ। ਹਰਿੰਦਰ ਸਿੰਘ ਜੀ, ਤੁਸੀਂ ਵੀ ਇਸ ਪੂਰੇ ਅੰਦੋਲਨ ਨੂੰ ਵੇਖ ਰਹੇ ਹੋ ਜਿਹਨੂੰ 10 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਹੀ ਹੋ ਗਏ ਨੇ। ਕੀ ਸਮਝਦੇ ਹੋ ਕਿ ਇਸ ਨੂੰ ਪੋਲੀਟੀਕਲ ਹੋ ਜਾਣਾ ਚਾਹੀਦਾ ਹੈ, ਫੁੱਲ ਫਲੈਜ ਇੱਕ ਪਾਰਟੀ ਬਣਾ ਲੈਣੀ ਚਾਹੀਦੀ ਹੈ ਔਰ ਵੋਟਰਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜਾਂ ਕਿਸ ਤਰ੍ਹਾਂ ਇਸ ਨੂੰ ਵੇਖ ਰਹੇ ਹੋ ਤੁਸੀਂ? ਜ਼ਰੂਰ ਜੀ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਪੋਲੀਟਿਕਸ ਵਰਡ ਜਦ ਯੂਜ਼ ਕਰ ਹੀ ਲਿਆ, ਸਾਨੂੰ ਸਮਝਣਾ ਪੈਣਾ ਪੋਲੀਟਿਕਸ ਦਾ ਮਤਲਬ ਕੀ ਹੈ। ਦੇਖੋ ਪੋਲੀਟਿਕਸ ਜਿਹੜਾ ਗ੍ਰੀਕ ਲੈਟਨ ਚੋਂ ਜਿਹੜੇ ਆਈਡੀਆਜ਼ ਇਹਦੇ ਆਏ ਨੇ ਉਹ ਹੈਗਾ ਜਿਹੜੇ ਅਫੇਅਰਸ ਆਫ ਦਾ ਸਿਟੀ ਹੁੰਦੇ ਨੇ। ਮਤਲਬ ਹੁਣ ਅਸੀਂ ਪਹਿਲਾਂ ਸਿਟੀ ਸਟੇਟ ਹੁੰਦੇ ਸੀ, ਹੁਣ ਸੂਬੇ ਨੇ, ਦੇਸ਼ ਨੇ, ਨੇਸ਼ਨ ਸਟੇਟਸ ਨੇ, ਉਹਨਾਂ ਦੇ ਅਫੇਅਰਸ ਨੂੰ ਕਿਵੇਂ ਚਲਾਉਣਾ। ਹੁਣ ਉਹਦੇ ਵਿੱਚੋਂ ਫਿਰ ਇੱਕ ਪੋਲੀਟੀਕਲ ਸਿਸਟਮ ਬਣਦਾ, ਜਿਵੇਂ ਇਸ ਵੇਲੇ ਨਵੇਂ ਪੋਲੀਟੀਕਲ ਸਿਸਟਮ ਬਣ ਰਹੇ ਨੇ। ਹੁਣੇ ਪੰਜਾਬ ਦੇ ਜੋ ਮਸਲੇ ਚੱਲ ਰਹੇ ਨੇ, ਹਿੰਦੁਸਤਾਨ ਜਿਹੜੇ ਮਸਲੇ ਚੱਲ ਰਹੇ ਨੇ, ਪੋਲੀਟੀਕਲ ਸਿਸਟਮਸ ਦੀ ਇੱਕ ਆਪਣੀ ਪੋਲੀਟਿਕਸ ਹੁੰਦੀ ਹੈ ਕਿ ਕਿਸ ਚੀਜ਼ ਨੂੰ ਪੋਸੀਬਲ ਆ ਕਰਨਾ, ਕਿਸ ਨੂੰ ਨਹੀਂ ਆ। ਬਟ ਇੱਕ ਚੀਜ਼ ਬੜੀ ਕਲੀਅਰ ਹੈ ਪੂਰੀ ਦੁਨੀਆ ਦੇ ਵਿੱਚ ਕਿ ਪੋਲੀਟਿਕਸ ਦਾ ਇੱਕ ਪਰਪਸ ਪੋਲੀਟੀਕਲ ਸਿਸਟਮ ਵਿੱਚ ਆ ਕੇ ਹੁੰਦਾ ਕਿ ਜਿਹੜੇ ਲਾਜ਼ ਨੇ, ਜਿਹੜੇ ਅਗਲੇ ਲਾਜ਼ ਨੇ, ਉਹ ਕਿਵੇਂ ਬਣਾਉਣੇ ਨੇ। ਤੇ ਜੇ ਅਗਲੇ ਲਾਜ਼ ਤੁਸੀਂ ਬਣਾਉਣੇ ਨੇ, ਤੁਸੀਂ ਗਲੋਬਲ ਪੋਲੀਟਿਕਸ ਦੇਖ ਲਓ, ਪਿਛਲੇ 30 ਸਾਲਾਂ ਦੀ ਦੇਖ ਲਓ ਕਿ ਜਿੱਥੇ ਪੀਪਲਸ ਮੂਵਮੈਂਟ ਹੋ ਰਹੇ ਨੇ ਉਹਨਾਂ ਵਿੱਚੋਂ ਇਵੈਂਚੁਅਲੀ ਕੁਝ ਜਣਿਆਂ ਨੇ ਲਾਅਮੇਕਰਸ ਹੀ ਬਣਨਾ ਹੁੰਦਾ। ਪੋਲੀਟੀਸ਼ੀਅਨਸ ਦਾ ਇੱਕ ਮਤਲਬ ਲਾਅਮੇਕਰਸ ਬਣਨ ਦਾ ਹੈਗਾ, ਤੇ ਉਹ ਲਾਅਮੇਕਰਸ ਆ ਕੇ ਫਿਰ ਨਵੇਂ ਲਾਜ਼ ਬਣਾਉਂਦੇ ਨੇ। ਜਿਹੜੀਆਂ ਚੀਜ਼ਾਂ ਪਹਿਲਾਂ ਇਲੀਗਲ ਸੀ ਜਾਂ ਜਿਹੜੀਆਂ ਚੀਜ਼ਾਂ ਪਹਿਲਾਂ ਡਿਸਇਨਫਰੈਂਚਾਈਜ਼ ਸੀਗੀਆਂ ਉਹਨਾਂ ਨੂੰ ਫਿਰ ਅਲਾਉ ਕਰਨਾ, ਉਹਨਾਂ ਦੇ ਪ੍ਰਤੀ ਇੱਕ ਜਸਟਿਸ ਤੇ ਫੇਅਰ ਸਿਸਟਮ ਨੂੰ ਕ੍ਰੀਏਟ ਕਰਨਾ। ਸੋ ਪੋਲੀਟੀਕਲ ਅਲਾਇੰਸ ਹੋਣਾ ਵੀ ਬਹੁਤ ਜ਼ਰੂਰੀ ਹੈ, ਡਾਇਰੈਕਟ ਪੋਲੀਟੀਕਲ ਪਾਰਟਿਸਿਪੇਸ਼ਨ ਵੀ ਬਹੁਤ ਜ਼ਰੂਰੀ ਆ। ਇਹਨਾਂ ਤੋਂ ਬਗੈਰ ਤਾਂ ਲਾਜ਼ ਕਦੇ ਚੇਂਜ ਹੁੰਦੇ ਹੀ ਨਹੀਂ ਹੈ, ਇਹ ਪੂਰੀ ਦੁਨੀਆ ਦਾ ਅਸੂਲ ਆ। ਤੁਸੀਂ ਹਿੰਦੁਸਤਾਨ ਵਿੱਚ ਵੀ ਇਹਨੂੰ ਦੇਖ ਸਕਦੇ ਹੋ। 47 ਤੋਂ ਬਾਅਦ ਦਾ ਜਿਹੜਾ ਇੰਡੀਆ ਦੀ ਪੋਲੀਟਿਕਸ ਆ, ਜਿਹੜੇ ਐਕਟਿਵਿਸਟ ਸੀਗੇ, ਜਿਹੜੇ ਪ੍ਰੋਟੈਸਟ ਦੇ ਮੋਰਚਿਆਂ ਦੇ ਡਿਕਟੇਟਰ ਸੀਗੇ, ਉਹ ਐਮਐਲਏਜ਼ ਵੀ ਬਣੇ ਨੇ, ਉਹ ਐਮਪੀਜ਼ ਵੀ ਬਣੇ ਨੇ, ਉਹ ਚੀਫ ਮਿਨਿਸਟਰਸ ਵੀ ਬਣੇ ਨੇ ਤੇ ਪ੍ਰਧਾਨ ਮੰਤਰੀ ਵੀ ਬਣੇ ਨੇ। ਸੋ ਦੇਰ ਇਜ਼ ਅ ਡਾਇਰੈਕਟ ਕੋਰਿਲੇਸ਼ਨ ਇਸ ਚੀਜ਼ ਦੀ ਕਿ ਤੁਹਾਨੂੰ ਪਾਰਟਿਸਿਪੇਟ ਕਰਨਾ ਹੀ ਪੈਂਦਾ ਪੋਲੀਟਿਕਸ ਦੇ ਵਿੱਚ। ਪੋਲੀਟਿਕਸ ਦੇ ਵਿੱਚ ਯਾਨੀ ਕਿ ਤੁਸੀਂ ਇਹ ਕਹਿ ਰਹੇ ਹੈਗੇ ਹੋ ਕਿ ਡਾਇਰੈਕਟ ਪਾਰਟਿਸਿਪੇਸ਼ਨ ਕਿਸਾਨਾਂ ਦੀ ਜਿਹੜੀ ਹੈਗੀ ਹੈ ਦੈਟਸ ਕਾਲ ਆਫ ਦਾ ਟਾਈਮ ਹੈ, ਹੋਣੀ ਚਾਹੀਦੀ ਹੈਗੀ ਹੈ। ਇੱਕ ਇਸ ਵਿੱਚੋਂ ਸਵਾਲ ਇਹ ਨਿਕਲਦਾ ਹਰਿੰਦਰ ਸਿੰਘ ਜੀ ਕਿ ਕਿਸਾਨਾਂ ਦੀ ਗੱਲ ਤੇ ਸਾਰੀ ਪਾਰਟੀਆਂ ਕਰਦੀਆਂ ਨੇ, ਉਹਨਾਂ ਦੇ ਮੈਨੀਫੈਸਟੋ ਵੀ ਆਉਂਦੇ ਨੇ, ਸਬਸਿਡੀਜ਼ ਵੀ ਅਨਾਉਂਸ ਹੁੰਦੀਆਂ ਨੇ, ਬੈਂਕਿੰਗ ਲੋਨਸ ਵੀ ਅਨਾਉਂਸ ਹੁੰਦੇ ਨੇ ਔਰ ਫਿਰ ਉਸ ਤੋਂ ਬਾਅਦ ਡਾਇਰੈਕਟ ਕੈਸ਼ ਟ੍ਰਾਂਸਫਰ ਦੀ ਵੀ ਗੱਲ ਹੁੰਦੀ ਔਰ ਬੜਾ ਪ੍ਰਚਾਰਿਆ ਵੀ ਜਾਂਦਾ ਇਸ ਨੂੰ। ਇਹ ਕੀ ਆ ਕੇ ਨਵਾਂ ਕਰ ਲੈਣਗੇ ਐਸਾ ਕਿ ਅਗਰ ਮੰਨ ਲਓ ਸਿਰਫ ਫਾਰਮਿੰਗ ਇੰਟਰਸਟ ਨੂੰ ਮੁੱਖ ਰੱਖ ਕੇ ਇਹ ਪਾਰਟੀ ਬਣਾਉਂਦੇ ਨੇ? ਦੇਖੋ ਜੀ, ਭਾਵੇਂ ਤੁਸੀਂ ਪਲੇਟੋ ਜਾਂ ਔਰਿਸਟੋਟਲ ਦੇ ਲੈਵਲ ਤੋਂ ਦੇਖੋ ਪੋਲੀਟਿਕਸ ਕੀ ਹੁੰਦਾ ਸੀ ਜੋ ਉਹਨਾਂ ਨੇ ਲਿਖਿਆ ਰਿਪਬਲਿਕ ਦੇ ਵਿੱਚ, ਜਾਂ ਹਿੰਦੁਸਤਾਨੀ ਪਰੰਪਰਾ ਵਿੱਚ ਜਿਹਨੂੰ ਅਸੀਂ ਚਾਣਕ ਨੀਤੀ ਆਖਦੇ ਹਾਂ ਅਰਥ ਸ਼ਾਸਤਰ ਦੀ, ਉਹਦੇ ਵਿੱਚ ਵੀ ਦੇਖੋ ਇਹ ਡਰਟੀਨੈਸ ਜਿਹੜਾ ਐਲੀਮੈਂਟ ਹੈ ਨਾ, ਇਹ ਤਾਂ ਸ਼ੁਰੂ ਤੋਂ ਹੀ ਰਿਹਾ। ਇਹ ਹਿਊਮਨ ਗਰੀਡ ਕਰਕੇ ਹੁੰਦਾ। ਇਹ ਕਹਿ ਕੇ ਇਸ ਵੇਲੇ ਕਿ ਇੱਕ ਪਾਰਟਿਕੂਲਰ ਮੂਵਮੈਂਟ ਨੂੰ ਇਹ ਚੀਜ਼ਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ, ਇਟਸ ਅ ਪੀਪਲ। ਪੋਲੀਟਿਕਸ ਦਾ ਇੱਕ ਕਨੋਟੇਸ਼ਨ ਡਰਟੀ ਤੋਂ ਹੈਗੀ, ਇੱਕ ਨੈਗੇਟਿਵ ਗੱਲ ਤੋਂ ਵੀ ਹੈਗੀ, ਜਿਹਨੂੰ ਅਸੀਂ ਗੰਦੀ ਸਿਆਸਤ ਆਖ ਦਿੰਦੇ ਆ। ਅੱਗੇ ਗੰਦੀ ਲਾਣਾ ਪੈਂਦਾ ਕਿਉਂਕਿ ਉਹ ਐਜੀਟਿਵ ਹੈਗਾ, ਸਾਨੂੰ ਉਹਦਾ ਵਿਸ਼ਲੇਸ਼ਣ ਕਰਨ ਵੇਲੇ ਗੱਲਾਂ ਕਰਨੀਆਂ ਪੈਣਗੀਆਂ। ਬਟ ਦੇਖੋ ਕੋਈ ਵੀ ਚੇਂਜ ਕਰਨ ਲਈ, ਜਿਵੇਂ ਕੋਈ ਪ੍ਰੋਟੈਸਟ ਹੁੰਦੇ ਨੇ, ਕੋਈ ਮੂਵਮੈਂਟ ਆਉਂਦੇ ਨੇ ਬੰਦਿਆਂ ਦੇ, ਉਹਦੇ ਨਾ 3-4 ਕ੍ਰਾਈਟੀਰੀਆਜ਼ ਹੁੰਦੇ ਨੇ ਜਿਹੜੇ ਗਲੋਬਲੀ ਸਟੱਡੀ ਕੀਤੇ ਜਾਂਦੇ ਨੇ। ਉਹਦੇ 'ਚ ਇੱਕ ਹੁੰਦਾ ਕਿ ਇਹਨੇ ਅਵੇਅਰਨੈਸ ਰੇਜ਼ ਕੀਤੀ ਕਿ ਨਹੀਂ। ਉਹ ਆਬਵੀਅਸਲੀ ਫਾਰਮਰਸ ਮੂਵਮੈਂਟ ਵਿੱਚ ਹੋਈ ਆ। ਕੀ ਇਹਨੇ ਪਬਲਿਕ ਓਪੀਨੀਅਨ ਚੇਂਜ ਕੀਤਾ ਕਿ ਨਹੀਂ? ਉਹ ਆਬਵੀਅਸਲੀ ਫਾਰਮਰਸ ਮੂਵਮੈਂਟ ਨੇ ਕੀਤਾ ਹੈਗਾ। ਉਸ ਤੋਂ ਬਾਅਦ ਅਗਲੀਆਂ ਦੋ ਗੱਲਾਂ ਨੇ ਕਿ ਇਹ ਕੋਈ ਇੰਸਟੀਟਿਊਸ਼ਨਲ ਚੇਂਜ ਕ੍ਰੀਏਟ ਕਰੂ ਤੇ ਕੀ ਇਹ ਕੋਈ ਇਲੈਕਟੋਰਲ ਕਨਸੀਕੁਐਂਸਸ ਕ੍ਰੀਏਟ ਕਰੂ। ਹੁਣ ਜਿਹੜਾ ਇੰਸਟੀਟਿਊਸ਼ਨਲ ਚੇਂਜ ਆ ਦੈਟ ਰਿਕੁਆਇਰਸ ਮੋਰ ਵਰਕ। ਹੁਣ ਜਿਹੜਾ ਪਹਿਲੀ ਦੋ ਗੱਲਾਂ ਮੈਂ ਕਹੀਆਂ ਨੇ ਨਾ, ਉੱਥੇ ਗਲੋਬਲ ਡੇਟਾ ਬੜਾ ਕਲੀਅਰ ਆ। ਜਿੱਥੇ 3.5% ਪੋਪੂਲੇਸ਼ਨ ਤੁਹਾਡੇ ਇਸ਼ੂ ਨਾਲ ਜੁੜ ਜਾਂਦੀ ਆ, ਉਹ ਚੇਂਜ ਆ ਜਾਂਦਾ। ਬਟ ਚੇਂਜ ਆਉਂਦਾ ਅਵੇਅਰਨੈਸ ਤੇ ਪਬਲਿਕ ਓਪੀਨੀਅਨ ਤੇ। ਜਦ ਤੁਸੀਂ ਪਾਲਿਸੀਜ਼ ਵਿੱਚ ਚੇਂਜ ਲਿਆਉਣਾ, ਇੰਸਟੀਟਿਊਸ਼ਨਸ ਦੇ ਵਿੱਚ ਚੇਂਜ ਲਿਆਉਣਾ, ਜਿਹਨੂੰ ਅਸੀਂ ਸਟਰਕਚਰਲ ਚੇਂਜ ਆਖਦੇ ਹਾਂ,
ਉੱਥੇ ਫਿਰ ਤੁਹਾਨੂੰ ਡਾਇਰੈਕਟ ਪਾਰਟਿਸਿਪੇਸ਼ਨ ਵੀ ਕਰਨੀ ਪਊ, ਤੁਹਾਨੂੰ ਅਲਾਈਅੰਸਿਸ ਵੀ ਬਣਾਉਣੇ ਪੈਣਗੇ ਤੇ ਇਲੈਕਟੋਰਲ ਕਨਸੀਕੁਐਂਸਸ ਦੇ ਵਿੱਚ ਵੀ ਜਾਣਾ ਪਊ। ਜਿਵੇਂ ਹੁਣ ਪੰਜਾਬ ਵਿੱਚ ਇਲੈਕਸ਼ਨ ਆਣੇ ਨੇ, ਪਿਛਲੇ 1-2 ਦਿਨ ਦਾ ਜਿਹੜਾ ਰੌਲਾ ਪਿਆ ਤੁਸੀਂ ਦੇਖ ਹੀ ਰਹੇ ਹੋ। ਹੁਣ ਉਹਦੇ ਵਿੱਚ ਡਾਇਰੈਕਟ ਪਾਰਟਿਸਿਪੇਸ਼ਨ ਕਿਵੇਂ ਕਰਨੀ ਹੈ, ਇਹਦੀ ਵੀ ਤਿਆਰੀ ਕਰਨੀ ਪਊ। ਮੈਂ ਸਿਰਫ ਪੰਜਾਬ ਦਾ ਨਾਂ ਤਾਂ ਲਿਆ ਕਿਉਂਕਿ 2022 ਦੇ ਵਿੱਚ ਅਜੇ ਬਾਕੀ ਸਾਰੇ ਸਟੇਟ ਜਿਨ੍ਹਾਂ ਵਿੱਚ ਰੀਜਨਲ ਇਲੈਕਸ਼ਨਸ ਹੋਣੇ ਨੇ ਉਹ ਸਾਰੇ ਬੀਜੇਪੀ ਰੂਲਡ ਨੇ, ਸਿਰਫ ਪੰਜਾਬ ਹੀ ਇੱਕ ਹੈਗਾ ਜਿਹੜਾ ਕਾਂਗਰਸ ਰੂਲ ਮੰਨਿਆ ਜਾਂਦਾ ਸੀ। ਇੱਥੇ ਹੀ ਫਿਰ ਦੇਖਿਆ ਜਾਊਗਾ ਕਿ ਹਿੰਦੁਸਤਾਨ ਦੀ ਪੋਲਿਟਿਕਸ ਵਿੱਚ ਸਿੱਖਾਂ ਦੀ ਤੇ ਹਿੰਦੂਆਂ ਦੀ, ਜਿਹਨੂੰ ਅੱਜ ਕੱਲ੍ਹ ਬਣਾਇਆ ਜਾ ਰਿਹਾ ਚੀਫ ਮਿਨਿਸਟਰ ਦੇ ਇਸ਼ੂ ਕਰਕੇ, ਇਹ ਸਾਰੀ ਪੋਲਿਟਿਕਸ ਦਾ ਖੇਡ ਪੰਜਾਬ ਵਿੱਚ ਹੀ ਅਗਲੀ ਵਾਰੀ ਆਣਾ, ਇਹ 2022 ਦੇ ਵਿੱਚ। ਇੱਕ ਆਪਾਂ ਇੱਕ ਐਕਸਪੈਰੀਮੈਂਟ ਦੇਖਿਆ ਜਿਹੜਾ ਅੰਨਾ ਹਜ਼ਾਰੇ ਮੂਵਮੈਂਟ ਦੇ ਬਾਅਦ ਹੋਇਆ, ਔਰ ਉਸ ਤੋਂ ਪਹਿਲੇ ਉਹ ਚੱਲਿਆ ਇੱਕ ਮੂਵਮੈਂਟ ਆਈ, ਅੰਨਾ ਹਜ਼ਾਰੇ ਮੂਵਮੈਂਟ ਆਈ, ਔਰ ਉਸ ਵਿੱਚੋਂ ਆਮ ਆਦਮੀ ਪਾਰਟੀ ਨਿਕਲ ਕੇ ਆਂਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਉਹ ਆਮ ਆਦਮੀ ਪਾਰਟੀ ਆਈ, ਬੜੀ ਐਂਟੀ ਕਰਪਸ਼ਨ ਦੀ ਇੱਕ ਮੂਵਮੈਂਟ ਚੱਲੀ, ਬੜੀ ਮਖਲੂਕ ਇਕੱਠੀ ਹੋਈ ਉਹਦੇ ਵਿੱਚ, ਖਾਸ ਕਰਕੇ ਸ਼ਹਿਰੀ। ਪਰ ਉਹ ਆ ਕੇ ਫਿਰ ਜਦੋਂ ਉਹ ਪੋਲੀਟੀਕਲ ਪਾਰਟੀ ਬਣਾ ਲੈਂਦੀ ਹੈ ਤੇ ਦਿੱਲੀ ਤੱਕ ਮਹਿਦੂਦ ਰਹਿ ਜਾਂਦੀ ਹੈ। और वो भी फिर उसकी भी परसेप्शन, पब्लिक परसेप्शन दूसरी पार्टियां आकन बढ़ती जाती है। हालांकि थोड़ा बहुत फर्क कह सकते हैं कि ਜਿਹੜਾ ਡਿਵੈਲਪਮੈਂਟ ਇਕਨੋਮੀ ਦੀ ਗੱਲ ਕਰਦੇ ਨੇ ਜਾਂ ਸੋਸ਼ਲ ਇਕਨੋਮੀ ਦੀ ਗੱਲ ਕਰਦੇ ਨੇ, ਦਿੱਲੀ ਦੇ ਵਿੱਚ ਤੇ ਉਹ ਦਿਖਦੀ ਹੈ। ਲੇਕਿਨ ਉਸ ਦੇ ਬਾਵਜੂਦ ਇਹ ਨਹੀਂ ਲੱਗਦਾ ਕਿ ਬੜਾ ਕੋਈ ਵੱਡਾ ਕੋਈ ਆਈਡੀਓਲੋਜੀਕਲ ਕੋਈ ਸ਼ਿਫਟ ਆਇਆ। ਕਿਸਾਨੀ ਮੂਵਮੈਂਟ ਵੀ ਅਗਰ ਮੰਨ ਲਓ ਕਿ ਇਹ ਪੋਲੀਟੀਕਲ ਹੋ ਜਾਂਦੇ ਨੇ, ਪੋਲੀਟੀਕਲ ਪਾਰਟੀ ਬਣਾ ਲੈਂਦੇ ਨੇ, ਤੁਸੀਂ ਸਮਝਦੇ ਹੋ ਕਿ ਇੰਡੀਆ ਦੇ ਈਕੋਸਿਸਟਮ ਦੇ ਵਿੱਚ, ਕਿਉਂਕਿ ਹਜੇ ਇਤਨੀ ਜਿਹੜੀ ਡੈਮੋਕ੍ਰੇਸੀ ਐਡਵਾਂਸ ਡੈਮੋਕ੍ਰੇਸੀ ਨਹੀਂ ਹੈਗੀ, ਇਸ ਲਾਰਜੈਸਟ ਡੈਮੋਕ੍ਰੇਸੀ, ਇਸ ਈਕੋਸਿਸਟਮ ਦੇ ਵਿੱਚ ਉਹ ਕਾਮਯਾਬ ਹੋਏਗੀ ਔਰ ਉਹ ਕਿਧਰੇ ਆਮ ਆਦਮੀ ਪਾਰਟੀ ਦੀ ਦਿਸ਼ਾ ਵੱਲ ਤੇ ਨਹੀਂ ਚਲੀ ਜਾਏਗੀ ਅਗਰ ਉਹ ਮੰਨਦੇ ਨੇ ਤੇ। ਸ਼ੋਰ, ਦੇਖੋ ਇਹ ਸਵਾਲ ਬੜਾ ਠੀਕ ਹੈਗਾ, ਬਟ ਤੁਸੀਂ ਇਹਦੇ 'ਚ ਦੋ ਗੱਲਾਂ ਆਲਰੇਡੀ ਕਰਤੀਆਂ ਨੇ। ਪਹਿਲੀ ਤਾਂ ਇਹ ਹੈਗੀ ਕਿ ਇੰਡੀਆ ਦਾ ਆਪਣਾ ਇੱਕ ਡੈਮੋਕ੍ਰੇਸੀ ਨਾਲ ਐਕਸਪੈਰੀਮੈਂਟ ਚੱਲ ਰਿਹਾ, ਜਮਹੂਰੀਅਤ ਦੇ ਨਾਲ, ਜਿਹਦੇ ਵਿੱਚ ਡਾਇਨੈਸਟਿਕ ਪੋਲਿਟਿਕਸ ਇੱਕ ਬਹੁਤ ਵੱਡਾ ਹਿੱਸਾ, ਜਿਹਦੇ ਵਿੱਚ ਰਿਲੀਜੀਅਸ ਪੋਲਿਟਿਕਸ, ਰਿਲੀਜਨ ਬੇਸਡ ਤੇ ਕੈਸਟ ਬੇਸਡ ਪੋਲਿਟਿਕਸ ਇੱਕ ਬਹੁਤ ਵੱਡਾ ਹਿੱਸਾ। ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਜਦ ਇਕੱਠਾ ਕਰਦੇ ਹੋ, ਇਹਨਾਂ ਦਾ ਕਨਫਲੂਐਂਸ, ਇਟ ਇਜ਼ ਸਟਿਲ ਅ ਵੈਰੀ, ਜਿਹਨੂੰ ਅਸੀਂ ਕਹਿ ਰਹੇ ਇਮੈਚੋਰ, ਜਾਂ ਈਵਨ ਜਿਹੜੀ ਹੁਣ ਤੁਸੀਂ ਗਲੋਬਲੀ ਦੇਖੋ, ਇੰਡੀਆ ਨੂੰ ਤਾਂ ਸੈਮੀ ਡੈਮੋਕ੍ਰੇਸੀ ਵੀ ਤੇ ਇਲਿਬਰਲ ਡੈਮੋਕ੍ਰੇਸੀ ਵੀ ਆਖਿਆ ਜਾਂਦਾ। ਇਸ ਐਕਸਪੈਰੀਮੈਂਟ ਦੇ ਵਿੱਚ ਕਿਉਂ ਨਹੀਂ ਇੱਕ ਹੋਰ ਐਕਸਪੈਰੀਮੈਂਟ ਅਸੀਂ ਕਰ ਸਕਦੇ? ਇੰਡੀਆ ਦੇ ਵਿੱਚ ਅੱਜ ਤੱਕ ਨੈਸ਼ਨਲ ਕੰਸੋਲੀਡੇਸ਼ਨ ਨਹੀਂ ਹੋਈ ਆ, ਨੇਸ਼ਨ ਬਿਲਡਿੰਗ ਹੋਈ ਨਹੀਂ ਆ। ਫਾਰਮਰਸ ਮੂਵਮੈਂਟ ਨੇ ਇਹ ਤਾਂ ਕਰਕੇ ਦਿਖਾਤਾ ਕਿ ਰੀਜਨਲ ਪੋਲਿਟਿਕਸ ਤੋਂ ਵੀ ਗਾਹਾਂ ਉੱਠਿਆ ਜਾ ਸਕਦਾ, ਰਿਲੀਜੀਅਸ ਪੋਲਿਟਿਕਸ ਤੋਂ ਵੀ ਗਾਹਾਂ ਉੱਠਿਆ ਜਾ ਸਕਦਾ। ਜਿਹੜੀ ਇੱਕ, ਜਿਹਨੂੰ ਅਸੀਂ ਨੈਗੇਟਿਵ ਗੰਦੀ ਪੋਲਿਟਿਕਸ, ਗੰਦੀ ਸਿਆਸਤ ਆਖਦੇ ਹਾਂ, ਉਸ ਤੋਂ ਵੀ ਗਾਹਾਂ ਉੱਠ ਕੇ ਇੱਕ ਆਪੋਜੀਸ਼ਨ ਦੀ ਤਿਆਰੀ ਵੀ ਹੋ ਰਹੀ ਆ। ਹੁਣ ਉਹ ਆਪੋਜੀਸ਼ਨ ਨੂੰ ਜੇ ਹੋਰ ਪਾਰਟੀਆਂ ਦੀ ਸੰਭਾਲ ਪਾ ਰਹੀਆਂ, ਜਾਂ ਪਹਿਲਾਂ ਦੇ ਐਕਸਪੈਰੀਮੈਂਟ ਆਪ ਨਹੀਂ ਸੰਭਾਲ ਪਾਈ ਸੀ, ਇੱਥੇ ਹੀ ਇੱਕ ਮੈਚੋਰਿਟੀ ਦੀ ਲੋੜ ਆ ਕਿ ਤੁਹਾਨੂੰ ਇਹ ਦੋਨਾਂ ਚੀਜ਼ਾਂ ਪਰ ਫਿਰ ਤਵੱਜੋ ਦੇਖਣੀ ਪੈਣੀ ਆ। 100% ਤਾਂ ਡੈਮੋਕ੍ਰੇਸੀ ਕਦੇ ਹੁੰਦਾ ਹੀ ਨਹੀਂ, ਇਟਸ ਅਬਾਊਟ ਵਿਨਿੰਗ ਅ ਸਿੰਪਲ ਮੈਜੋਰਿਟੀ। ਦੇਖੋ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਕਿ ਇਹ ਇੱਕ ਆਪੋਜੀਸ਼ਨ ਦਾ ਤੇ ਨੇਸ਼ਨ ਬਿਲਡਿੰਗ ਦਾ ਐਕਸਪੈਰੀਮੈਂਟ ਹੋ ਰਿਹਾ। ਹਿੰਦੁਸਤਾਨ ਦੇ ਵਿੱਚ ਇੰਨਾ ਵੱਡਾ ਐਕਸਪੈਰੀਮੈਂਟ ਕਦੇ ਪਹਿਲਾਂ ਹੋਇਆ ਹੀ ਨਹੀਂ। ਇਹਨੇ ਖਿਆਲ ਰੱਖਣਾ ਚਾਹੀਦਾ ਸਾਰੀ ਨੰਬਰਸ ਦੇ ਲੈਵਲ ਤੇ, ਆંકੜਿਆਂ ਦੇ ਲੈਵਲ ਤੇ, ਕਿ ਇੰਡੀਆ ਦੇ ਵਿੱਚ ਨੈਸ਼ਨਲ ਗਵਰਨਮੈਂਟ ਬਣਾਉਣ ਲਈ ਵੀ ਕਿਸੇ ਕੋਲ ਸਿੰਪਲ ਮੈਜੋਰਿਟੀ ਵੋਟ ਨਹੀਂ ਆਉਂਦੇ। ਪਿਛਲੇ ਇਲੈਕਸ਼ਨ ਵੀ ਦੇਖ ਲਓ, 38% ਤੇ ਬੀਜੇਪੀ ਜਿੱਤੀ ਸੀਗੀ। ਸੋ 40 ਤੋਂ 45% ਜਿਹੜੇ ਵੋਟ ਲੈਣੇ ਹੁੰਦੇ ਨੇ, ਇਹ ਹੈਗੀ ਅੰਕੜਿਆਂ ਦੀ ਪੋਲਿਟਿਕਸ, ਇਹ ਹੈਗੀ ਇਲੈਕਟੋਰਲ ਪੋਲਿਟਿਕਸ ਜਿਹਨੂੰ ਅਸੀਂ ਆਖਦੇ ਹਾਂ। ਉਹਦੇ ਵਿੱਚ ਇੱਕ ਡਿਫਰੈਂਟ ਸਟੈਟਿਸਟਿਕਸ ਦੇਖੀਆਂ ਜਾਂਦੀਆਂ ਨੇ, ਉਹਦੇ ਵਿੱਚ ਰੀਜਨਲ ਪਾਰਟੀ ਦੇਖੀਆਂ ਜਾਂਦੀਆਂ ਨੇ, ਉਹਦੇ ਵਿੱਚ ਅਲਾਇੰਸਿਸ ਆਫ ਰੀਜਨਲ ਪਾਰਟੀ ਦੇਖੇ ਜਾਂਦੇ ਨੇ। ਜਿਵੇਂ ਅਸੀਂ ਦੇਖ ਰਹੇ ਹਾਂ, ਜਿਵੇਂ ਵੈਸਟ ਬੰਗਾਲ ਦੀ ਪੋਲਿਟਿਕਸ ਡਿਫਰੈਂਟ ਆ, ਉਹ ਰੀਜਨਲ ਪੋਲਿਟਿਕਸ ਆ। ਪੰਜਾਬ ਦੀ ਰੀਜਨਲ ਪੋਲਿਟਿਕਸ ਵੀ ਡਿਫਰੈਂਟ ਆ, ਤਮਿਲਨਾਡੂ ਦੀ ਡਿਫਰੈਂਟ ਆ, ਕੇਰਲਾ ਦੀ ਡਿਫਰੈਂਟ ਆ। ਬਟ ਫਾਰਮਰਸ ਮੂਵਮੈਂਟ ਨੇ ਇੱਕ ਆਪਸ਼ਨ ਕ੍ਰੀਏਟ ਕੀਤੀ ਆ, which I believe ਕਿ every Indian should be looking at, anyone who is interested in nation building of India, ਉਹਨਾਂ ਨੂੰ ਵੀ ਦੇਖਣ ਦੀ, ਤਵੱਜੋ ਦੇਣ ਦੀ ਲੋੜ ਆ ਕਿ ਕਿਵੇਂ ਰੀਜਨਲਿਜ਼ਮ ਤੋਂ ਬਾਹਰ ਆ ਕੇ, ਕੈਸਟ ਪੋਲਿਟਿਕਸ ਤੋਂ ਬਾਹਰ ਆ ਕੇ, ਤੇ ਰਿਲੀਜੀਅਸ ਪੋਲਿਟਿਕਸ ਤੋਂ, ਜਿਹਨੂੰ ਆਇਡੈਂਟੀਟੀ ਪੋਲਿਟਿਕਸ ਵੀ ਆਖਦੇ ਆ, ਉਸ ਤੋਂ ਬਾਹਰ ਆ ਕੇ ਕਿਵੇਂ ਕੀਤਾ ਜਾ ਸਕਦਾ। ਵਾਈ ਡੂ ਆਈ ਬਲੀਵ ਕਿ ਪੰਜਾਬ ਇਹਦੇ ਲਈ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਥਾ ਅਗਲੇ ਸਾਲ, ਕਿਉਂਕਿ ਪੰਜਾਬ ਦੇ ਵਿੱਚ ਜੇ ਰਫਲੀ ਤੁਸੀਂ ਦੇਖੋ ਨਾ, ਅੰਕੜਿਆਂ ਦੇ, ਈਵਨ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਦੇ ਜਿਹੜੇ ਰਿਜ਼ਲਟਸ ਦਿੱਤੇ ਜਾਂਦੇ ਨੇ, 1/3 ਉੱਥੇ ਜਿਹੜੀਆਂ ਅਸੀਂ ਕਹਾਂਗੇ ਵੋਟਸ ਨੇ, ਉਹ OBCs ਦੀਆਂ, ਅਦਰ ਬੈਕਵਰਡ ਕਲਾਸ ਦੀਆਂ ਮੰਨੀਆਂ ਜਾਂਦੀਆਂ ਨੇ। ਰਫਲੀ 1/3 ਵੋਟਸ ਸਕੈਜੂਅਲ ਕਾਸਟ ਦੀਆਂ, ਜਿਹਨੂੰ ਅਸੀਂ ਦਲਿਤ ਆਖਦੇ ਹਾਂ, ਉਹਨਾਂ ਦੀਆਂ ਮੰਨੀਆਂ ਜਾਂਦੀਆਂ ਨੇ। ਤੇ ਰਫਲੀ 1/3 ਵੋਟ ਮੰਨੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਸਵਰਨ ਜਾਤੀਆਂ, ਜਿਹਨੂੰ ਅਸੀਂ ਆਖ ਦਿੰਦੇ ਹਾਂ ਅਨਰਿਜ਼ਰਵਡ ਅਪਰ ਕਾਸਟ ਨੇ। ਬਾਕੀ 3-3.5% ਰਹਿ ਜਾਂਦੀ ਹੈਗੀ ਕ੍ਰਿਸਚਨ, ਮੁਸਲਿਮ ਤੇ ਬੁੱਧਿਸਟ ਵੋਟ ਤੇ ਜੈਨ ਵੋਟ। ਹੁਣ ਇਸ ਤੋਂ ਬੈਟਰ ਐਕਸਪੈਰੀਮੈਂਟ ਥਾਂ ਤੁਹਾਨੂੰ ਕਿੱਥੋਂ ਮਿਲੂਗਾ?
ਜਿੱਥੇ ਕਿ ਤੁਸੀਂ ਇੱਕ ਫਾਰਮਰ ਮੂਵਮੈਂਟਸ ਨੂੰ ਵੀ ਦੇਖ ਰਹੇ ਹੋ, ਇੱਕ ਤੁਸੀਂ ਰੀਜਨਲ ਤੇ ਪਾਕਿਸਤਾਨ ਤੇ ਇੰਡੀਅਨ ਪੋਲਿਟਿਕਸ ਨੂੰ ਵੀ ਦੇਖ ਰਹੇ ਹੋ ਕਿ ਕੈਨੇਡਾ, ਯੂਕੇ ਤੇ ਯੂਐਸ ਨਾਲ ਵੀ ਕਿਵੇਂ ਰਲ ਜਾਂਦੀ ਹੈ, ਤੇ ਕਿਵੇਂ ਇੱਕ ਇੰਡੀਆ ਦੀ ਐਕਚੁਅਲ ਆਪੋਜੀਸ਼ਨ ਮੂਵਮੈਂਟ ਨੂੰ ਵੀ ਤੁਸੀਂ ਦੇਖ ਰਹੇ ਹੋ ਥਰੂ ਦਾ ਫਾਰਮਰਸ ਮੂਵਮੈਂਟ। ਸੋ ਦਿਸ ਇਜ਼ ਵਾਈ ਪੰਜਾਬ ਇਜ਼ ਦ ਬੈਸਟ ਐਕਸਪੈਰੀਮੈਂਟ ਗਰਾਊਂਡ ਟੂ ਲੁੱਕ ਐਟ ਆਲ ਥ੍ਰੀ ਆਫ ਥੀਸ ਥਿੰਗਸ। ਮੇਰਾ ਆਖਰੀ ਸਵਾਲ ਹੈਗਾ ਕਿ ਤੁਸੀਂ ਸਾਰੀ ਗੱਲ ਕੀਤੀ ਕਿ ਜਿਸ ਤਰ੍ਹਾਂ ਦਾ ਇੰਡੀਆ ਦਾ ਇਕੋਸਿਸਟਮ ਹੈਗਾ, ਤੁਸੀਂ ਦੇਖ ਰਹੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਸਕਸੈਸਫੁਲ ਐਕਸਪੈਰੀਮੈਂਟ ਹੋ ਸਕਦਾ ਹੈਗਾ ਅਗਰ ਇਹ ਸਾਰੀ ਪਾਰਟੀਆਂ ਕਿਸਾਨੀ ਮੂਵਮੈਂਟ ਤਬਦੀਲ ਹੋ ਜਾਏ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਵਿੱਚ। ਲੇਕਿਨ ਅਗਰ ਤੁਸੀਂ ਕਾਰਪੋਰੇਟ ਵਰਲਡ ਨੂੰ ਵੇਖੋ, ਫਿਰ ਤੁਸੀਂ ਜਿਹੜੀ ਇੰਡਸਟਰੀ ਨੂੰ ਵੇਖੋ, ਤੁਹਾਨੂੰ ਇਹ ਜਾਪਦਾ ਹੈ ਕਿ ਡਿਵੈਲਪਿੰਗ ਇਕੋਨਮੀ ਦੇ ਵਿੱਚ ਜਿੱਥੇ ਹਰ ਸੈਕਟਰ ਨੂੰ ਇੰਡਸਟਰੀ ਦੀ ਲੋੜ ਪੈਂਦੀ ਹੈ, ਕਾਰਪੋਰੇਟ ਸਪੋਰਟ ਦੀ ਲੋੜ ਪੈਂਦੀ ਹੈ, ਉਹ ਇਸ ਤਰ੍ਹਾਂ ਦੀ ਮੂਵਮੈਂਟ ਨੂੰ ਆ ਕੇ that will throw its weight behind a movement which is essentially anti-corporate। ਜ਼ਰੂਰ ਜੀ। ਦੇਖੋ ਇੱਥੇ ਮੈਂ ਥੋੜੀ ਜਿਹੀ ਨੁਆਂਸਿੰਗ ਕਰਾਂਗਾ। ਮੈਂ ਇਹ ਕਹਿ ਰਿਹਾ ਹੈਗਾ ਕਿ ਡਾਇਰੈਕਟ ਰੈਪਰੈਜ਼ੈਂਟੇਸ਼ਨ ਚਾਹੀਦੀ ਹੈ ਪੋਲਿਟਿਕਸ ਦੇ ਵਿੱਚ ਇਸ ਫਾਰਮਰ ਮੂਵਮੈਂਟਸ ਦੀ ਵੀ। ਇਹਦਾ ਕੁਝ ਹਿੱਸਾ ਫੋਰ ਐਗਜ਼ਾਮਪਲ ਜਿਵੇਂ ਅਗਲੇ ਪੰਜਾਬ ਦੇ ਇਲੈਕਸ਼ਨ ਹੋਣੇ ਨੇ, ਜੇ ਇਹਦੇ ਵਿੱਚੋਂ 30-40 ਵੀ ਨਵੇਂ ਐਮਐਲਏ ਜਿਹੜੇ ਮਰਜ਼ੀ ਪਾਰਟੀ ਦੇ ਹੋਣ, ਜਿਹੜੇ ਨੁਆਂਸਿੰਗ ਸਮਝਦੇ ਨੇ ਕੈਸਟ ਪੋਲਿਟਿਕਸ ਦੀ, ਰਿਲੀਜੀਅਸ ਪੋਲਿਟਿਕਸ ਦੀ, ਕਾਰਪੋਰੇਟ ਸੈਕਟਰ ਦੀ, ਇਹ ਸਮਝਦੇ ਹੋਣ, ਉਹਨਾਂ ਚੋਂ ਜੇ 30-40 ਜਣੇ ਵੀ ਆਉਂਦੇ ਨੇ, ਉਹ ਇੱਕ ਗੇਮ ਚੇਂਜ ਕਰਦੇ ਨੇ ਗਵਰਨੈਂਸ ਦਾ। ਕਿਉਂਕਿ ਡਾਇਨੈਸਟਿਕ ਪੋਲਿਟਿਕਸ ਤਾਂ ਜਾਰੀ ਰਹੂਗੀ ਅਜੇ, ਜਿਹੜੀਆਂ ਮੇਜਰ ਪਾਰਟੀ ਪੋਲਿਟਿਕਸ ਨੇ ਉਹ ਵੀ ਜਾਰੀ ਰਹੂਗੀ, ਜਿਹੜੀਆਂ ਆਈਡੀਓਲੋਜੀਕਲ ਪੋਲਿਟਿਕਸ ਨੇ ਉਹ ਵੀ ਜਾਰੀ ਰਹਿਣੀਆਂ ਨੇ। ਇਟਸ ਵੈਰੀ ਮੈਸੀ। ਇਸ ਮੈਸੀਨੈਸ ਵਿੱਚ ਕੁਝ ਬੰਦਿਆਂ ਦਾ ਆਣਾ ਡਾਇਰੈਕਟ ਪੋਲਿਟਿਕਸ ਦੇ ਵਿੱਚ, ਜਿਹੜੇ ਅਲਾਈਨਡ ਨੇ ਮੂਵਮੈਂਟ ਦੇ ਨਾਲ, ਜਿਹੜੇ ਮੂਵਮੈਂਟ ਦੀ ਇੰਟਰਕਸੀਜ਼ ਨੂੰ ਤੇ ਪ੍ਰੋਬਲਮ ਆਫ ਫਾਰਮਰਸ ਤੇ ਪ੍ਰੋਬਲਮ ਆਫ ਦਾ ਸੈਂਟਰਲ ਗਵਰਨਮੈਂਟ ਦਾ ਜਿਹੜਾ ਇੱਕ ਸਟੈਂਡ ਸਟਿਲ ਚੱਲ ਰਿਹਾ ਇਹਨੂੰ ਸਮਝਦੇ ਨੇ, ਉਹਨਾਂ ਦੀ ਡਾਇਰੈਕਟ ਪਾਰਟਿਸਿਪੇਸ਼ਨ ਦੀ ਵੀ ਲੋੜ ਹੈਗੀ। ਸੋ ਜਿਹੜੀ ਤੁਸੀਂ ਗੱਲ ਕਹੀ ਹੈ, ਦੇਖੋ ਗਲੋਬਲੀ ਇਹ ਸਾਰਾ ਚੈਲੰਜ ਹੈਗਾ। ਤੁਸੀਂ ਅਮਰੀਕਾ ਵਿੱਚ ਵੀ ਇਹ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀ ਇੱਥੇ ਦੀ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਕਿਵੇਂ ਕਾਰਪੋਰੇਸ਼ਨਸ ਹੁਣ ਸਟੈਂਡ ਲੈ ਰਹੀਆਂ ਨੇ। ਦੇਖੋ ਕੋਵਿਡ-19 ਦਾ ਇਸ਼ੂ ਗਲੋਬਲੀ ਚੱਲ ਰਿਹਾ, ਪੁਲਿਸ ਬਰੂਟੈਲਿਟੀ ਤੇ ਸਿਵਲ ਰਾਈਟਸ ਤੇ ਹਿਊਮਨ ਰਾਈਟਸ ਦੇ ਇਸ਼ੂਜ਼ ਗਲੋਬਲੀ ਚੱਲ ਰਹੇ ਨੇ, ਗਵਰਨਮੈਂਟ ਦੇ ਕਰਪਸ਼ਨ ਦੇ ਇਸ਼ੂਜ਼ ਚੱਲ ਰਹੇ ਨੇ, ਸਿਵਲ ਲਿਬਰਟੀਜ਼ ਦੇ ਇਸ਼ੂ, ਇਕਨੋਮਿਕ ਡਿਸਟ੍ਰੈਸ, এনवायरमेंट, ਆਈ ਮੀਨ ਯੂ ਨੇਮ ਇਟ। ਤੇ ਕਿੱਥੇ ਕਿੱਥੇ ਨਹੀਂ ਪ੍ਰੋਟੈਸਟ ਹੋ ਰਿਹਾ। ਯੂਨਾਈਟਿਡ ਸਟੇਟਸ ਵਿੱਚ ਹੋਇਆ, ਬੁਲੀਵੀਆ ਵਿੱਚ ਹੋ ਰਿਹਾ, ਯੂਨਾਈਟਿਡ ਕਿੰਗਡਮ, ਮਤਲਬ ਜਿਹਨੂੰ ਅਸੀਂ ਕਹਿੰਦੇ ਹਾਂ ਜਰਮਨੀ ਵਰਗੀਆਂ ਥਾਵਾਂ ਤੇ, ਰਸ਼ੀਆ ਵਰਗੀ ਥਾਵਾਂ ਤੇ ਹੋ ਰਹੇ ਨੇ। ਤੁਸੀਂ ਦੇਖੋ ਪੋਲੀਟੀਕਲ ਆਪੋਜੀਸ਼ਨ ਉੱਤੇ ਕੀ ਕੀ ਕ੍ਰੀਏਟ ਕਰ ਰਹੀ ਹੈ। ਨਾਈਜੀਰੀਆ, ਇਜ਼ਰਾਈਲ ਦੇ ਵਿੱਚ ਹੋ ਰਿਹਾ, ਥਾਈਲੈਂਡ ਦੇ ਵਿੱਚ ਹੋ ਰਹੇ ਨੇ। ਇਹ ਗਲੋਬਲ ਫੈਨੋਮੇਨਾ ਹੈਗਾ, ਬਟ ਲਾਰਜੈਸਟ ਮੂਵਮੈਂਟ ਕਿਤੇ ਜੇ ਹੋਇਆ ਉਹ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ, ਜਿਹੜਾ ਫਾਰਮਰਸ ਪ੍ਰੋਟੈਸਟ ਨੇ ਪੰਜਾਬ ਤੋਂ ਸ਼ੁਰੂ ਕਰਕੇ ਹੁਣ ਉਹਨੂੰ ਦਿੱਲੀ ਦੇ ਬਾਰਡਰਾਂ ਤੱਕ ਕਰ ਲਿਆ ਹੋਇਆ। ਇਹਦਾ ਮਤਲਬ ਸਮਥਿੰਗ ਇਜ਼ ਹੈਪਨਿੰਗ ਦੇਅਰ। ਇਸ ਸਮਥਿੰਗ ਦੇ ਵਿੱਚ ਇਹ ਐਕਸਪੈਕਟ ਕਰਨਾ ਕਿ ਜੀ ਸਭ ਕੁਝ ਠੀਕ ਹੋ ਜੂ ਜਿਵੇਂ ਪੁਰਾਣੇ ਮੂਵਮੈਂਟ ਫੇਲ ਹੋ ਜਾਂਦੇ ਨੇ, ਇਦਾਂ ਨਹੀਂ ਹੁੰਦਾ। ਕਿ ਜਦ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਸੀ, ਉਹਦੇ ਵਿੱਚ ਮੂਵਮੈਂਟਸ ਦੇ ਵਿੱਚ ਵੀ ਕਿੰਨੇ ਸਬ ਮੂਵਮੈਂਟਸ ਨੇ। ਇਸ ਕਰਕੇ ਇੰਡੀਆ ਦਾ ਜਿਹੜਾ ਇੰਡੀਪੈਂਡੈਂਸ ਮੂਵਮੈਂਟ ਹੈ ਉਹ ਕੰਨਾ ਨਾਨ ਵਾਇਲੈਂਟ ਨਹੀਂ ਮੰਨਿਆ ਜਾ ਸਕਦਾ, ਉਹਦੇ ਵਾਇਲੈਂਟ ਐਲੀਮੈਂਟ ਵੀ ਸੀਗੇ। ਮੇਰਾ ਕਹਿਣ ਦਾ ਭਾਵ ਕਿ ਅੱਜ ਦੇ ਦੌਰਾਨ ਦੇ ਵਿੱਚ ਵੀ ਜੇ ਸਾਰੇ ਇਹ ਨਾਨ ਵਾਇਲੈਂਟ ਮੂਵਮੈਂਟ ਚੱਲ ਰਹੇ ਨੇ, ਇਹਦੇ ਵਿੱਚ ਜਿਹੜੇ ਕਮਿਊਨਿਸਟ ਆਈਡੀਓਲੋਜੀ ਕੀ ਕਹਿ ਰਹੀ ਹੈ, ਸਿੱਖ ਆਈਡੀਓਲੋਜੀ ਕੀ ਕਹਿ ਰਹੀ ਹੈ, ਆਪੋਜੀਸ਼ਨਲ ਆਈਡੀਓਲੋਜੀ ਕੀ ਕਹਿ ਰਹੀ ਹੈ, ਤੇ ਇਹਨਾਂ ਸਾਰਿਆਂ ਨੇ ਕਾਰਪੋਰੇਟ ਸੈਕਟਰ ਨੂੰ ਕਿਵੇਂ ਰਿਫਾਰਮ ਵੀ ਕਰਾਉਣਾ, ਇਹ ਇੱਕ ਪ੍ਰੈਗਮੈਟਿਕ ਸੋਲੂਸ਼ਨਸ ਲੱਭਦੀ ਹੈ। ਪੋਲਿਟਿਕਸ ਵਿੱਚ ਆਉਣ ਦਾ ਮਤਲਬ ਇਹ ਹੁੰਦਾ। ਸੋ ਜਿਹੜੇ ਐਕਟਿਵਿਸਟ ਹੁੰਦੇ ਨੇ, ਉਹਨਾਂ ਨੂੰ ਵਿੱਚੋਂ ਕੁਝ ਨੂੰ ਜਿਹੜੇ ਆਪ ਡੈਮੋਨਸਟ੍ਰੇਸ਼ਨਸ ਵਿੱਚ ਜਾ ਰਹੇ ਨੇ, ਪ੍ਰੋਟੈਸਟ ਵਿੱਚ ਜਾ ਰਹੇ ਨੇ, ਕੁਝ ਨੂੰ ਡਾਇਰੈਕਟਲੀ ਵੀ ਲੜਨਾ ਪਊ ਆ ਕੇ ਗਵਰਨਮੈਂਟਸ ਦੇ ਏਰੀਆ ਵਿੱਚ, ਕੁਝ ਨੂੰ ਬਾਹਰ ਰਹਿ ਕੇ ਹੀ ਲੜਨਾ ਪਊ, ਤਾਂ ਕਿ ਇੱਕ ਪ੍ਰੈਗਮੈਟਿਕ ਸੋਲੂਸ਼ਨਸ ਕ੍ਰੀਏਟ ਕੀਤਾ ਜਾਵੇ। ਜਾਂ ਜੇ ਇੱਕ ਪ੍ਰੈਗਮੈਟਿਕ ਵੀ ਕ੍ਰੀਏਟ ਕਰਨਾ, ਕੋਈ ਰੈਵੋਲੂਸ਼ਨਰੀ ਸਿਚੁਏਸ਼ਨ ਵੀ ਜੇ ਕ੍ਰੀਏਟ ਕਰਨੀ ਹੈ, ਤੁਹਾਨੂੰ ਦੋਨਾਂ ਤਰ੍ਹਾਂ ਦੀ ਲੋੜ ਹੁੰਦੀ ਹੈ। ਜਿਹੜੇ ਅੰਦਰੋਂ ਚੇਂਜ ਕਰਾਉਣਗੇ, who have to deal with the messiness of this including with corporations, ਤੇ ਜਿਹੜੇ ਬਾਹਰੋਂ ਵੀ ਚੇਂਜ ਕਰਾਉਣਗੇ, ਜਿਹੜੇ ਹੋਰ ਪੁਸ਼ ਕਰਨਗੇ ਲਾਰਜਰ ਚੇਂਜ ਦੇ ਲਈ। ਹਰਿੰਦਰ ਸਿੰਘ ਜੀ, ਤੁਹਾਡੇ ਵਿਚਾਰ ਸੁਣੇ ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਇਹ ਵਿਚਾਰ ਜਿਹੜੇ ਨੇ ਉਹ ਕਿਸਾਨ ਜਥੇਬੰਦੀਆਂ ਤੱਕ ਵੀ ਪਹੁੰਚਣਗੇ ਔਰ ਉਸ ਤੋਂ ਕੁਝ ਲਾਹਾ ਲੈਣਗੇ। ਤੇ ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਜੁੜਨ ਲਈ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।